ਸ਼ਰਵਾਨੀ ਸਾਹਿਬ ਔਰ ਜਨਾਬ ਇਰਸਲਾਨ ਪੱਟੀ ਸਾਹਿਬ, ਤੁਸੀਂ ਸਾਡੇ ਸਟੂਡੀਓ ਤਸ਼ਰੀਫ ਲਿਆਏ, ਤੁਹਾਡੀ ਆਮਦ ਦਾ ਬੇਹੱਦ ਸ਼ੁਕਰੀਆ। ਨਾਜ਼ਰੀਨ, ਪ੍ਰੋਗਰਾਮ ਦੇ ਆਖਰ ਵਿੱਚ ਅਸੀਂ ਤੁਹਾਨੂੰ ਇੱਕ ਫਿਲਮ ਰਿਪੋਰਟ ਦਿਖਾਉਂਦੇ ਹਾਂ। ਇਹ ਫਿਲਮ ਰਿਪੋਰਟ ਤਿਆਰ ਕੀਤੀ ਹੈ ਅਲੀ ਰਜ਼ਾ ਖਾਨ ਉਹਨਾਂ ਨੇ, ਔਰ ਇੱਕ ਸਾਡੇ ਜਿਹੜੇ ਸੂਫੀ ਬਜ਼ੁਰਗ ਜਿਨ੍ਹਾਂ ਦਾ ਨਾਮ ਮੁਸੰਜਫ ਅਲੀ ਰਹਿਮਤੁल्लाह ਅਲੈਹ, ਇਹ ਡਿਸਟ੍ਰਿਕਟ ਰਾਵਲਪਿੰਡੀ ਦੀ ਤਹਿਸੀਲ ਹੈ ਮਰੀ, ਉੱਥੇ ਇਹਨਾਂ ਦਾ ਸਾਲਾਨਾ ਉਰਸ ਹੋਇਆ। ਉਹਦੀ ਤਕਰੀਬਾਤ ਦੇ ਹਵਾਲੇ ਨਾਲ ਇੱਕ ਫਿਲਮ ਰਿਪੋਰਟ ਮੁਲਾਜ਼ਾ ਫਰਮਾਓ। ਜਿਹੜੇ ਦਿਲ ਵਿੱਚ ਰੱਖਦੇ ਇਸ ਜ਼ਮੀਨ ਤੇ ਅੱਲਾ ਦੇ ਜਿਨ੍ਹਾਂ ਨੇਕ ਬੰਦਿਆਂ ਤੇ ਵਲੀਆਂ ਨੇ ਅੱਲਾਹ ਤਾਲਾ ਦੇ ਅਹਿਕਾਮਾਤ ਤੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਤਾਲੀਮਾਤ ਨੂੰ ਆਮ ਕਰਨ ਵਿੱਚ ਆਪਣੀਆਂ ਜ਼ਿੰਦਗੀਆਂ ਗੁਜ਼ਾਰ ਦਿੱਤੀਆਂ। ਉਹਨਾਂ ਵਿੱਚ ਮਰਦ ਦਰਵੇਸ਼, ਪੀਰ ਤਰੀਕਤ, ਰਹਿਬਰ ਸ਼ਰੀਅਤ ਹਜ਼ਰਤ ਪੀਰ ਸੂਬੇਦਾਰ ਮੁਸੰਜਫ ਅਲੀ ਸਰਕਾਰ ਰਹਿਮਤੁल्लाह ਅਲੈਹ ਦਾ ਨਾਂ ਵੀ ਆਂਦਾ ਹੈ, ਜਿਨ੍ਹਾਂ ਸਾਰੀ ਉਮਰ ਲੋਕਾਂ ਨੂੰ ਅੱਲਾ ਦੀ ਮਖਲੂਕ ਵਿੱਚ ਆਸਾਨੀਆਂ ਵੰਡਣ ਤੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਦਾ ਦਰਸ ਦਿੱਤਾ। ਆਪ 1932 ਵਿੱਚ ਪੈਦਾ ਹੋਏ, ਤਾਲੀਮ ਤੋਂ ਫਾਰਗ ਹੋ ਕੇ ਫੌਜ ਵਿੱਚ ਭਰਤੀ ਹੋ ਗਏ ਤੇ 22 ਸਾਲ ਤੱਕ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਮੁਲਕ ਕੌਮ ਦੀ ਖਿਦਮਤ ਕਰਦੇ ਰਹੇ। ਫਿਰ ਉਹ ਅੱਲਾ ਦੀ ਮਖਲੂਕ ਨੂੰ ਰੂਹਾਨੀ ਫੈਜ਼ ਵੰਡਣ ਲਈ ਆਪਣੀਆਂ ਨਵੀਆਂ ਜ਼ਿੰਮੇਦਾਰੀਆਂ ਅਦਾ ਕਰਨ ਲੱਗ ਪਏ। ਉਹਨਾਂ ਇੱਕ ਅਰਸੇ ਤੱਕ ਲੋਕਾਂ ਨੂੰ ਰੂਹਾਨੀ ਫੈਜ਼ ਦਿੱਤਾ। 17 ਸਤੰਬਰ 2004 ਨੂੰ ਮੁਖਤਸਰ ਅਲਾਲਤ ਤੋਂ ਬਾਅਦ 72 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਪਰਦਾ ਫਰਮਾ ਗਏ ਤੇ ਆਪਣੇ ਲੱਖਾਂ ਚਾਹਣ ਵਾਲਿਆਂ ਨੂੰ ਸੋਗਵਾਰ ਛੱਡ ਗਏ। ਉਹਨਾਂ ਆਪਣੇ ਪਸਮਾਨਦਗਾਨ ਵਿੱਚ ਇੱਕ ਬੇਟੀ ਤੇ 3 ਬੇਟੇ ਛੱਡੇ। ਆਪ ਦਾ ਮਜ਼ਾਰੇ ਪੁਰ ਅਨਵਾਰ ਬਲਾਵੜਾ ਸ਼ਰੀਫ ਕੋਟਲੀ ਸਤੀਆਂ ਰਾਵਲਪਿੰਡੀ ਵਿੱਚ, ਜਿੱਥੇ ਆਪ ਦਾ ਸਾਲਾਨਾ ਉਰਸ ਹਰ ਸਾਲ ਬੜੇ ਇਹਤਮਾਮ ਨਾਲ ਮਨਾਇਆ ਜਾਂਦਾ ਹੈ। ਆਪ ਦੇ ਵਿਸਾਲ ਤੋਂ ਬਾਅਦ ਮੁਰੀਦਾਂ ਤੇ ਅਕੀਦਤਮੰਦਾਂ ਦੀ ਰੂਹਾਨੀ ਤਰਬੀਅਤ ਕਰਨ ਦੀ ਜ਼ਿੰਮੇਦਾਰੀ ਆਪ ਦੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਹਕ ਖਤੀਬ ਹੁਸੈਨ ਅਲੀ ਬਾਦਸ਼ਾਹ ਦੇ ਸਪੁਰਦ ਹੋਈ, ਜਿਨ੍ਹਾਂ ਨੂੰ ਆਪ ਨੇ ਆਪਣੀ ਜ਼ਿੰਦਗੀ ਵਿੱਚ ਹੀ ਆਪਣਾ ਜਾਨਸ਼ੀਨ ਮੁਕਰਰ ਕਰ ਦਿੱਤਾ ਸੀ। ਹਕ ਖਤੀਬ ਹੁਸੈਨ ਅਲੀ ਬਾਦਸ਼ਾਹ ਨੇ ਬੜੀ ਜ਼ਿੰਮੇਦਾਰੀ ਤੇ ਅਕੀਦਤ ਨਾਲ ਰੁਸ਼ਦ ਹਿਦਾਇਤ ਦੇ ਇਸ ਸਿਲਸਿਲੇ ਨੂੰ ਅੱਗੇ ਵਧਾਇਆ। ਐਸੇ ਹੀ ਸਿਲਸਿਲੇ ਵਿੱਚ ਪਿਛਲੇ ਦਿਨਾਂ ਸੂਫੀਏ ਬਾਸਫਾ ਹਜ਼ਰਤ ਪੀਰ ਸੂਬੇਦਾਰ ਮੁਸੰਜਫ ਅਲੀ ਸਰਕਾਰ ਰਹਿਮਤੁल्लाह ਅਲੈਹ ਦਾ 12ਵਾਂ ਸਾਲਾਨਾ ਉਰਸ ਮੁਬਾਰਕ ਦਰਬਾਰ ਆਲੀਆ ਬਲਾਵੜਾ ਸ਼ਰੀਫ ਕੋਟਲੀ ਸਤੀਆਂ ਰਾਵਲਪਿੰਡੀ ਵਿੱਚ 3 ਦਿਨ ਜਾਰੀ ਰਹਿਣ ਤੋਂ ਬਾਅਦ ਖਤਮ ਹੋ ਗਿਆ। ਉਰਸ ਦੀਆਂ ਤਕਰੀਬਾਤ ਸਜਾਦਾ ਨਸ਼ੀਨ ਦਰਬਾਰ ਆਲੀਆ ਬਲਾਵੜਾ ਸ਼ਰੀਫ ਸਾਹਿਬਜ਼ਾਦਾ हक खतीब हुसैन अली बादशाह की सरपरस्ती ते क़यादत जारी रही। सूफी बसफ़ा हज़रत क़िबला आलम पीर मुसंजफ़ सरकार का ये 12 सालाना उर्स मुबारक है, और उनके हालात ज़िंदगी की पूरी ज़िंदगी का यही मिशन था कि सिर्फ़ दुखी इंसानियत की खिदमत और रब का ज़िक्र था। उनमें से बहुत सारी ऐसी करामतें हैं जो मौजूद हैं। सूफी बसफ़ा हज़रत क़िबला आलम पीर मुसंजफ़ सरकार फरमाते हैं कि मैंने अपनी पूरी ज़िंदगी में सब्ज़ टहनी का मसवाक नहीं किया। तो मैंने उनसे पूछा कि हुज़ूर ये क्या वजह हुई है? तो जनाब फरमाने लगे कि क्योंकि ये हरी टहनी जो है ये रब का ज़िक्र करती है, इस वजह से किसी ऐसी चीज़ को न छिड़ा जाए जो रब का ज़िक्र करते। इतना मोहब्बत और इतनी हमदर्दी और इतनी प्यार का सबक था उनका। आज के जो मौजूदा सूरत हाल है इसमें सूफ़ीज़म का होना ज़रूरी है। सूफ़ीज़म का इसलिए आना ज़रूरी है कि जो सूफ़ी हैं वो अपने दरसो तालीमात में सिर्फ़ नबी करीम सल्लल्लाहु अलैहि वसल्लम की मोहब्बत ही बयान करते हैं और नबी करीम सल्लल्लाहु अलैहि वसल्लम की रहमत ही बयान करते हैं। हमारे आस्थानों से सिर्फ़ मोहब्बत करम का पैगाम भेजता है, किसी पे जुल्म और सितम का पैगाम नहीं पहुँचता। जब हम एक दूसरे से मोहब्बत का पैगाम देंगे या एक दूसरे को मोहब्बत की तरफ ले जाएंगे तो मुझे यकीन है जो ये मुसलमानों में फसादात पड़ रहे हैं ये ख़त्म हो जाएंगे। ਇਹਨਾਂ ਤਕਰੀਬਾਤ ਵਿੱਚ
ਨਾ ਸਿਰਫ ਪਾਕਿਸਤਾਨ ਬਲਕਿ ਮੁਲਕ ਤੋਂ ਬਾਹਰੋਂ ਵੀ ਅਕੀਦਤਮੰਦਾਂ ਦੀ ਬਹੁਤ ਵੱਡੀ ਤਾਦਾਦ ਨੇ ਸ਼ਿਰਕਤ ਕੀਤੀ। मेरा नाम आफ्ताब शरीफ और मेरे साथ आफत जावेद साहब यहाँ यूके से हम तशरीफ़ लाए हैं। हमारे साथ सैकड़ों की तादाद में खादम यहाँ तशरीफ़ फरमा हैं जो यूरोप, यूके और अमेरिका से यहाँ आए हैं, और जब वहाँ से बेशुमार लोग फैज़याब हो रहे हैं। मैं भी उन लोगों से उनमें से हूँ जिसके बेटे को कैंसर थी, और अल्लाह के फजल करम ने हमारे क़िबला सरकार जी ने एक नज़र की और मेरा बेटा बिल्कुल शफा हो गया। और इसी तरह वहाँ दियार गैर में गैर मज़हब लोग जो ईसाई हैं, जो सिख हैं और जो दीगर मज़ाहब से जिनका तल्लुक़ है वो सरकार जी के पास तशरीफ़ लाते हैं। और हम खुद अपनी आंखों से हमने देखा है कि जिन लोगों ने अपना इस्लाम कबूल किया सरकार जी के हाथों, तो ये अल्लाह का करम है हम सब पर। अल्लाह ताला ने अपने बंदों को यहाँ भेजा और हम सब वहाँ फैज़याब हो रहे हैं। ਉਰਸ ਦੀਆਂ ਇਹਨਾਂ ਘੜੀਆਂ ਦੇ ਦੌਰਾਨ ਅਕੀਦਤਮੰਦਾਂ ਦੀ ਮੁਹੱਬਤ ਤੇ ਵਾਲਿਹਾਨਾਪਨ ਦਾ ਅੰਦਾਜ਼ ਕਾਬਲੇ ਦੀਦ ਸੀ ਤੇ ਹਰ ਕੋਈ रूहानी फैज़ नाल अपना दामन भर रहा सी। आज से 5 साल पहले मेरी नज़र बिल्कुल ख़त्म हो गई थी और डॉक्टरों ने वाइट स्टिक का बताया था। यूके भी गया हूँ, पाकिस्तान का कोई आई स्पेशलिस्ट डॉक्टर नहीं छोड़ा जहाँ इलाज के लिए नहीं गया। सब ने कहा कि आपकी नज़र ख़त्म है और वाइट स्टिक पे चले जाएंगे। फिर सरकार जी के पास आए, वो 3 दम करवाए, दूसरे दम में नज़र वापस आ गया। अब अल्हम्दुलिल्लाह बेहतरीन हूँ, हर तरह से कोई प्रॉब्लम नहीं है। 2007 मैनू काला यरकान होया हैपेटाइटिस सी, और इत्थे मैं सरकार जी को आया। मेरे एक दोस्त दस्या मैं सरकार जी को आया और दम पाया ने, और मैं एक दम नाल ठीक हो गया। सरकार जी 3 दम कहे सन, एक दम नाल मैं ठीक हो गया। साहबजादा हक खतीब हुसैन अली बादशाह नूं अल्लाह ताला ने आलमे शबाब विच रूहानियत दी दौलत नूं आम करन दे बुलंद मनसब ते फाइज कीता है। वो एक बाअमल ते मुत्तकी इंसान ने ਜਿਹੜੇ ਆਪਣੇ ਵਾਲਿਦ ਬਜ਼ੁਰਗਵਾਰ ਤੇ ਪੀਰੋ ਮੁਰਸ਼ਦ ਦੇ ਮੁਕੱਦਸ ਸਿਲਸਿਲੇ ਨੂੰ ਅੱਗੇ ਵਧਾਉਣ ਵਿੱਚ ਮਸਰੂਫ ਨੇ। ਉਰਸ ਦੀਆਂ ਮੁਖਤਲਿਫ ਨਸ਼ਿਸਤਾਂ ਵਿੱਚ ਸਾਹਿਬਜ਼ਾਦਾ ਹਕ ਖਤੀਬ ਹੁਸੈਨ ਅਲੀ ਬਾਦਸ਼ਾਹ ਨੇ ਖਿਤਾਬ ਵੀ ਕੀਤਾ ਤੇ ਹਜ਼ਰਤ ਪੀਰ ਮੁਸੰਜਫ ਅਲੀ ਸਰਕਾਰ ਰਹਿਮਤੁल्लाह अलैह ਦੀਆਂ ਖਿਦਮਾਤ ਨੂੰ ਭਰਪੂਰ ਅੰਦਾਜ਼ ਵਿੱਚ ਖਿਰਾਜੇ ਅਕੀਦਤ ਪੇਸ਼ ਕਰਦਿਆਂ ਹੋਇਆਂ ਆਖਿਆ कि दरबार में आए हैं, कुछ लेके जाएं। क्या लेके जाएं? रूह का रिश्ता लेके जाएं। जिस्म तो शफा पा गया, रूह का रिश्ता ले जाएं। ना टूटने वाला रिश्ता जो क़यामत तक भी जारी रहेगा, उसकी तरफ चले जाएं। हम दरवेशों के पास क्यों आते हैं? याद रखो, जो जिस्म की शफा है तो वो तो अपनी आंखों से देख रहे हो, लेकिन जब रूह का करम होगा तो मैशर में खुद देख लें। ये तस्बीह मेरे हाथ में नजर आती है, ये कुछ बताती है कि मैं तो मोती हूँ, जुदा होता हूँ, लेकिन मुझे जोड़ रखा है किसी डोरी ने, किसी धागे ने। मेरी निस्बत किसी चीज से हो गई है, डोरी से हो गई है। आपने देख लिया होगा सूफी बसफा हजरत क़िबला आलम पीर मुसंजिफ अली सरकार के दरबार पाक के सामने लिखा हुआ एक पूरा सिलसिला। आप अन्य मोहब्बतों में अगर कोई दरबार अलिया बलौड़ा शरीफ से सिलसिला हुजूर गौसे पाक बैत होना चाहता है, क्योंकि उसके बाद आपके लिए खुसूसी दम भी होगा और दुआ भी होगी, फिर आपको इजाजत होगी, जो जाना चाहते हैं वो चले जाएं। बस हमारी निस्बत हुजूर गौसे पाक से है। वो कहते हैं ये ताए दस्तगीरी, कोई मेरे दिल से पूछे वहीं आ रहे मदद को, जब जहां मैंने पकारा सरकार गौसे आजम नजरे करम खुदारा। अल्लाह करीम आप पर करम फरमाए, नमाज पढ़ें, कुरान पढ़ें। ਇੱਥੇ ਮਰਦਾਂ ਤੇ ਔਰਤਾਂ ਦੀ ਵੱਡੀ ਤਾਦਾਦ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਸਨ। ਇਸ ਆਸਤਾਨੇ ਦੇ ਰੂਹਾਨੀ ਫੈਜ਼ ਦੇ ਹਸੂਲ ਤੋਂ ਬਾਅਦ ਹੁਣ ਉਹ ਮੁਕੰਮਲ ਤੌਰ ਤੇ ਸਿਹਤਯਾਬ ਨੇ। 2001 ਦੇ ਵਿੱਚ ਮੈਨੂੰ ਗੋਲੀ ਲੱਗੀ ਸੀ ਰੀੜ੍ਹ ਦੀ ਹੱਡੀ ਦੇ ਵਿੱਚ ਜੀ। ਉਸ ਦੀ ਵਜ੍ਹਾ ਤੋਂ ਮੇਰਾ ਬ੍ਰੇਨ ਟਿਊਮਰ ਹੋ ਗਿਆ, ਹੈਪੇਟਾਈਟਿਸ ਸੀ ਹੋ ਗਈ, ਸ਼ੂਗਰ ਹੋ ਗਈ ਜੀ, ਹਾਈ ਬਲੱਡ ਪ੍ਰੈਸ਼ਰ ਹੋ ਗਿਆ। ਮੈਂ ਕਾਫੀ ਇਲਾਜ ਕਰਾਏ, ਟ੍ਰੀਟਮੈਂਟ ਕਰਵਾਏ, 2 ਆਪਰੇਟ ਵੀ ਕਰਵਾਏ ਮੈਂ ਰੀੜ੍ਹ ਦੀ ਹੱਡੀ ਦੇ ਜੀ, ਤੇ ਨਹੀਂ ਮੈਂ ਠੀਕ ਹੋਇਆ ਹੈ। ਮੈਨੂੰ ਜੀ ਪਿਛਲੇ ਸਾਲ ਮੈਂ ਚੈੱਕ ਕਰਵਾਇਆ ਬਹਾਵਲਪੁਰ ਵਿਕਟੋਰੀਆ ਹਸਪੀਟਲ ਦੇ ਵਿੱਚ, ਮੁਲਤਾਨ ਨਿਸ਼ਤਰ ਦੇ ਵਿੱਚ। ਮੈਨੂੰ ਡਾਕਟਰ ਨੇ ਕਿਹਾ ਕਿ ਟਿਊਮਰ ਇੰਨਾ ਫੈਲ ਚੁੱਕਿਆ ਕਿ ਇਸ ਦਾ ਹੁਣ ਤੇਰਾ ਆਪਰੇਸ਼ਨ ਨਹੀਂ ਹੋ ਸਕਦਾ ਜੀ। ਉਹ ਇੰਟਰਨੈਟ ਤੋਂ ਅਸੀਂ ਰਾਬਤਾ ਲੈ ਕੇ ਇੱਥੇ ਪਹੁੰਚੇ ਜੀ, ਇੱਥੇ ਦਮ ਕਰਵਾਇਆ। ਸਰਕਾਰ ਜੀ ਨੇ ਮੈਨੂੰ 10 ਦਮ ਕਿਹਾ ਜੀ, ਮੈਂ 10 ਦਮ ਕਰਵਾਏ ਨੇ। ਅੱਲਾਹ ਪਾਕ ਦਾ ਫਜ਼ਲ ਕਰਮ, ਮੈਂ ਬਿਲਕੁਲ ਨਹੀਂ ਚੱਲ ਸਕਦਾ ਸੀ 2001 ਤੋਂ, ਤੇ ਹੁਣ ਅੱਲਾਹ ਪਾਕ ਦਾ ਕਰਮ ਹੈ ਕਿ ਬਿਲਕੁਲ ਮੈਂ ਠੀਕ ਹਾਂ ਜਨਾਬ ਅੱਲਾ। ਨਾ ਮੈਨੂੰ ਸ਼ੂਗਰ ਹੈ, ਨਾ ਹੈਪੇਟਾਈਟਿਸ ਸੀ ਹੈ, ਨਾ ਮੇਰਾ ਬ੍ਰੇਨ ਟਿਊਮਰ ਹੈ। ਮੇਰੇ ਉੱਪਰ ਕਾਫੀ ਤਾਵੀਜ਼ਾਤ ਦੇ ਅਸਰਾਰ ਸੀ। ਮੈਨੂੰ ਇੱਕ ਦੋਸਤ ਨੇ ਦੱਸਿਆ
کہ اس طرح سے بادشاہ سرکار کو جاؤ انشاءاللہ شفا ملے گی. میں سرکار کو لایا کھنا پل حاضر ہویا 2-3 دم کروائے مجھے شفا ملی. 3 دن جاری رہن والیاں عرس دیاں تقریبات وچ عقیدت منداں دا ادب و احترام نال جم کے بیٹھنا تے انہاں دا والہانہ پن قابل تعریف سی. عقیدت دے جذبات تے احساسات دا اندازہ انہاں دی گفتگو تو بخوبی لایا جا سکتا ہے. میری بیٹی بیمار تھی 1 سال تے 4 مہینے ہو گئے نو اسی کوئی لاہور وچ جڑا نہیں چھوڑا ڈاکٹر اتھا آیا کسی دسیا اللہ پاک دے حکم نال ہن اللہ دا حکم ہے میری بچی پیسے لا لا کے لاہور ٹھیک نہیں ہوندی لتاں سج گئیاں ہن انشاءاللہ تے اللہ دا پاک دا ولی ملیا پھوک ماری نے ٹھیک ہو گئی ہے. اور گھر دے مسائل بڑے خراب آئے بچے ہن ٹھیک ٹھاک ہو گئے شکر الحمدللہ. ہن بچے نوکریاں تے لگ گئے اپنے میرے مسئلے حل ہو گئے ہیں. میرا بیٹا لا علاج سی دنیا دا علاج کرایا 4 سال پھرا کے ڈاکٹراں لا علاج کیتا ہے دم دروداں لا علاج کیتا ہے کہ نہیں بچنا لے جاؤ آر کے اپنے گھر بٹھا دیتا وے سونے ولیاں نہ خواب ہی دیدار کیتا وے سونے سرکار مرشد نہ دیدار کیتا ہے دل چہت کر لیا ہے اس در تے جاواں گی شفا ہوئے گی آئیاں انشاءاللہ شفا ہوئی ہے. سکھ مسلمان ہو گئے اس در تو سرکار نے کلمہ پڑھایا ہے. میں ویل چیئر پہ تھی 6 ماہ تک اور پی ایف کے ہاسپٹل میں رہی پھر پی این صفا میں رہی. رپورٹیں میں نے سرکار کو چیک کروائی تو میں باعلاج ہو گئی تھی. تو سرکار کے تیسرے دم پہ اللہ کا لاکھ لاکھ کرم ہے تو میں آج ڈیوٹی کر رہی ہوں. الحمدللہ اج تہاڈے سامنے میں بالکل صحیح سلامت کھڑی ہاں ورنہ میں ویل چیئر تے بالکل سا نہ کھا پی سکنی سا نہ ہل جل سکنی سا. 3 سال سے سرکار جی کے پاس آ رہی ہوں. سال سے اللہ تعالیٰ کا شکر ہے کہ میں بالکل ٹھیک سرکار جی کی دعاؤں سے آج میں اس قابل ہوں کہ اپنے بچوں کو پکا کے دے رہی ہوں چل پھر رہی ہوں سرکار جی کی دعاؤں سے. اس قسم دیاں وجدانی تے متبرک محفلاں دے انعقاد دا مقصد لوکاں دی روحانی تسکین دا سامان کرنا ہے تے ضرورت اس امر دی ہے کہ اسی بھی اللہ دے ولیاں تے نیک بندیاں دیاں زندگیاں تو روشنی حاصل کر کے دنیا وچ محبت امن تے بھائی چارے نو فروغ دئیے. میں ہر بندے کو بس غصے سے ہی کہتا تھا. میرے اندر اتنے جذبات تھے کہ میں اپنے آپ کو قابو نہیں کر سکتا تھا. جب سے میں یہاں آیا ہوں میں بالکل ٹھیک ہو چکا ہوں اور یقین جانے کہ میرے 5 سال کے عرصے میں اتنی دنیا نے یہاں سے شفا پائی لاکھوں نہیں کروڑوں لوگوں نے یہاں سے شفا پائی. پیر مسنجر علی سرکار دے نگاہ دے کوئی 50,000 بندہ ایک دن تو گزرتا سی تو انہوں نے شفا اللہ تعالیٰ دے دیندا سی. ٹھیک ہے جی. اس تو بعد پیر مسنجر علی سرکار دے عرس دے اتنے 72 گھنٹے لوگ بالکل جا کے کام کرتے ہیں اور بڑے ذوق و شوق دے نال کام کرتے ہیں. بالکل کسی نے کہنا نہیں پیندا کہ تسی یہ کام کرو تسی یہ کام کرو. ہر بندہ ایک دوسرے سے بڑھ کے کام کرنے کی کوشش کرتا ہے. عرس دیاں تقریبات دے آخری دن بھی لوکاں دی بہت وڈی تعداد موجود سی. اختتامی نشست وچ صاحبزادہ حق خطیب حسین علی بادشاہ نے اپنے خطاب وچ ملکی ترقی تے خوشحالی دے نال نال دنیا بھر وچ رہن والے بیمار مسلماناں دی صحت یابی لئی خصوصی دعا کرائی. یہ وہ لوگ ہیں جنہوں نے صوفی بصفا حضرت قبلہ عالم پیر مسنجر علی سرکار رحمۃ اللہ علیہ کے دربار سے فیض پایا اور فیض پانے کے بعد کل تک ان کی خدمت کے لیے کچھ لوگ کھڑے تھے اور جب یہ یہاں آئے جیسے آپ یہاں آئے ہیں تو ان کو جب رب نے مکمل صحتیابی عطا فرمائی تو پھر یہ مریض نہیں مریضوں کی خدمت کرنے والے خادم بن گئے ہیں. اس موقع تے انہاں آکھیا کہ سانو اپنے معاملات زندگی تے نظر ثانی کرنی چاہیے تے ایک باعمل انسان دے طور تے اپنی شناخت بنانی چاہیے. انہاں یہ بھی آکھیا کہ اس ویلے ضرورت اس امر دیئے کہ اسی اولیاء اللہ دیاں تعلیمات تو روشنی حاصل کریے. اے اللہ میرے پاس اسی کو بھیج جس کے مقدر میں تو نے شفا اور کرم لکھا ہے اور مجھے یقین ہے وہی اس دہلیز کے اندر داخل ہوتا ہے جسے میرا خدا شفا عطا فرماتا ہے. آخری بات کہہ رہا ہوں
एक बंदा जिसके घर में शाम को खाने के लिए नहीं, क्या वो बाईपास करा लेगा? क्या वो कैंसर का इलाज करा लेगा? ये उन लोगों के आस्थाने हैं जो दुनिया से मायूस हो जाते हैं, यहां से आते हैं तो खुदा की रजा की खातिर शफा पा के चले जाते हैं। बात यह है कि आप आए हैं बड़ी अकीदत, बड़ी मोहब्बत से, बड़े दिलजमी से, बस एक रिश्ता रख लें कि हमें खुदा के बंदे से मोहब्बत हो गई है। जब अल्लाह के बंदे से आपकी मोहब्बत हो जाएगी तो अभी आप कभी भी इस दरवाजे से खाली लौट के वापस नहीं जाएंगे। रुकी हुई सांसों को चलाने वाला मेरा खुदा है, बीमारों को शफा देने वाला मेरा खुदा है, और सब की मुश्किलों को आसान करने वाला सिर्फ मेरा खुदा है। आखिरी पैगाम जो दरबार आलिया बलौड़ा शरीफ से हर सुबह हर शाम यही होता है कि कोई बंदा किसी को कुछ नहीं दे सकता, जो देता है तो मेरा सिर्फ खुदा देता है। अब ऐसे कैंसर के दुनिया के तमाम इमराज रखने वाले लोग, तमाम अकीदा रखने वाले लोग इस दरवाजे पे पहुंचते हैं, मेरा रब उनको शफा अता फरमाता है। साहबजादा हक खतीब हुसैन अली बादशाह दे खिताब तो बाद उर्स दे इख्तिताम दा ऐलान किया गया। वारिस शाह ओ सदाई जिਉਂਦੇ ने जिन्हां कीतियां नेक कमाइयां ने। ਨਾਜ਼ਰੀਨ, ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਬੇਲੀ।